ਸੰਸਾਰ ਦੇ ਵਿੱਚ ਇੱਕ ਵੱਡੇ ਅੰਦੋਲਨਾਂ ਦੇ ਵਿੱਚ ਜਿਹੜੇ ਅੰਦੋਲਨ ਦਾ ਨਾਮ ਆ ਰਿਹਾ ਕਿਸਾਨ ਅੰਦੋਲਨ, ਜੋ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਹੋਇਆ ਵਾ। ਲਗਾਤਾਰ 2-3 ਮਹੀਨੇ ਜਿਹੜੇ ਲਗਾਤਾਰ ਹੋ ਚੁੱਕੇ ਨੇ ਜਿਹੜਾ ਦਿੱਲੀ ਬੈਠਿਆਂ ਨੂੰ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੰਮਾ ਸਮਾਂ ਸੰਘਰਸ਼ ਜਿਹੜਾ ਵਾ ਉਹ ਕੀਤਾ ਗਿਆ ਕਿਸਾਨਾਂ ਵੱਲੋਂ, ਪਰ ਸਰਕਾਰ ਵੱਲੋਂ ਕੀ ਅੱਗੇ ਜਿਹੜਾ ਰਵੱਈਆ ਅਪਣਾਇਆ ਜਾ ਰਿਹਾ ਵਾ ਅਤੇ ਇਹ ਜਿਹੜਾ ਮੋਰਚਾ ਵਾ ਪੰਜਾਬ ਵਾਸਤੇ ਕੀ ਇਹਦੇ ਮਾਇਨੇ ਨੇ, ਇਸ ਚੀਜ਼ ਸਾਰੀ ਦੇ ਉੱਤੇ ਗੱਲਬਾਤ ਕਰ ਲਈ। ਅੱਜ ਸਾਡੇ ਨਾਲ ਪ੍ਰਸਿੱਧ ਵਿਦਵਾਨ ਅਤੇ ਲੇਖਕ ਕਾਲਮ ਨਵੀਸ ਡਾਕਟਰ ਗੁਰਚਰਨ ਸਿੰਘ ਨੂਰਪੁਰ ਜੀ ਅੱਜ ਸਾਡੇ ਨਾਲ ਨੇ। ਸਪੈਸ਼ਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਰੇ ਸੰਘਰਸ਼ ਨੂੰ ਲੈ ਕੇ। ਹਾਂਜੀ ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਮੇਰਾ ਕੁਐਸਚਨ ਤੁਹਾਨੂੰ ਇਹੀ ਆ ਕਿ ਜਿਹੜਾ ਇਹ ਸੰਘਰਸ਼ ਆ ਕਿਵੇਂ ਦੇਖਦੇ ਹੋ ਤੁਸੀਂ? ਇੱਕ ਵਿਦਵਾਨ ਹੋ, ਇਹਨੂੰ ਜਿਹੜਾ ਲੇਖਕ ਹੋ, ਕਾਫੀ ਤੁਸੀਂ ਉੱਥੇ ਜਾ ਕੇ ਵੀ ਆਏ ਹੋ ਦਿੱਲੀ ਦੇ ਵਿੱਚ, ਪੰਜਾਬ ਦੇ ਲਈ ਕੀ ਮਾਇਨੇ ਰੱਖਦਾ? ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸੋ ਸੰਘਰਸ਼ ਜਿਹੜਾ ਹੈ। ਕਮਲਜੀਤ ਸਿੰਘ, ਇਸ ਸੰਘਰਸ਼ ਦੇ ਬਹੁਤ ਵੱਡੇ ਅਰਥ ਨੇ। ਇਹ ਇੱਕ ਤਰ੍ਹਾਂ ਨਾਲ ਕੇਂਦਰ ਦੀ ਹਕੂਮਤ ਵਿਰੁੱਧ ਲੜਿਆ ਜਾਣ ਵਾਲਾ ਸੰਘਰਸ਼ ਨਹੀਂ, ਬਲਕਿ ਮੈਂ ਤਾਂ ਇਹ ਕਹਾਂਗਾ ਕਿ ਕਿਸਾਨ ਜਿਹੜਾ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ। ਉਹ ਉਹਨਾਂ ਦਾ ਕਿਸੇ ਨਾਲ ਵਿਰੋਧ ਨਹੀਂ, ਬਲਕਿ ਉਹ ਆਪਣੇ ਹੱਕ ਲੈਣ ਲਈ ਅੱਜ ਦਿੱਲੀ ਦੀਆਂ ਬਰੂਹਾਂ 'ਤੇ ਖੜ੍ਹੇ ਆ। ਦੂਸਰੀ ਗੱਲ ਇਹ ਕਿ ਤੁਸੀਂ ਪੁੱਛਿਆ ਹੈ ਕਿ ਪੰਜਾਬ ਦੇ ਸੰਬੰਧ ਵਿੱਚ ਜੇਕਰ ਅਸੀਂ ਪੰਜਾਬ ਦੇ ਸੰਦਰਭ ਵਿੱਚ ਇਸ ਸੰਘਰਸ਼ ਨੂੰ ਦੇਖੀਏ ਤਾਂ ਇਹਦੇ ਕੀ ਅਰਥ ਬਣਦੇ ਆ। ਮੈਂ ਦੇਖਦਾ ਕਿ ਪੂਰੇ ਭਾਰਤ ਦੇ ਵਿੱਚ ਹਾਲਾਤ ਇਸ ਤਰ੍ਹਾਂ ਸੀ ਕਿ ਪੂਰੇ ਭਾਰਤ ਦੇ ਵਿੱਚ ਬੀਜੇਪੀ ਸਰਕਾਰ ਦੇ ਸਾਹਮਣੇ ਕੋਈ ਵੀ ਸਰਕਾਰ, ਕੋਈ ਵੀ ਰਾਜਸੀ ਪਾਰਟੀ, ਕੋਈ ਵੀ ਅੰਦੋਲਨ ਜਿਹੜਾ ਉਹ ਟਿਕ ਨਹੀਂ ਸਕਦਾ ਸੀ। ਹੁਣ ਤੱਕ ਦਾ ਬੀਜੇਪੀ ਦਾ 7 ਸਾਲਾਂ ਦਾ ਇਹ ਇਤਿਹਾਸ ਰਿਹਾ ਹੈ। ਇਹ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਅਤੇ ਉਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ 'ਤੇ ਜਾ ਕੇ ਅੰਦੋਲਨ ਸ਼ੁਰੂ ਕੀਤਾ। ਅਤੇ ਇਸ ਵੇਲੇ ਸੈਂਟਰ ਦੀ ਸਰਕਾਰ ਨੂੰ ਇਹ ਸੁੱਝ ਨਹੀਂ ਰਿਹਾ ਕਿ ਉਹ ਇਸ ਸੰਘਰਸ਼ ਦੇ ਨਾਲ ਨਿਪਟੇ ਅਤੇ ਕਿਸ ਤਰ੍ਹਾਂ ਨਿਪਟੇ, ਕਿਉਂਕਿ ਉਹਨਾਂ ਦੀ ਇਹ ਆਦਤ ਰਹੀ ਹੈ ਕਿ ਪਿੱਛੇ ਉਹ ਵੀ ਨਹੀਂ ਹਟੇ। ਅਤੇ ਪੰਜਾਬ ਦੇ ਜੇਕਰ ਅਸੀਂ ਇਤਿਹਾਸ ਨੂੰ ਪੜ੍ਹੀਏ ਤਾਂ ਮੈਨੂੰ ਯਾਦ ਆਉਂਦੀ ਗੱਲ ਕਿ ਅੱਜ ਤੋਂ 2300 ਸਾਲ ਪਹਿਲਾਂ ਯੂਨਾਨ ਦਾ ਇੱਕ ਬਾਦਸ਼ਾਹ ਹੋਇਆ ਸਿਕੰਦਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਜਿੱਤਦਾ ਜਦੋਂ ਪੰਜਾਬ ਦੀ ਹੱਦ ਤੱਕ ਪਹੁੰਚਿਆ, ਬਿਆਸ ਦਰਿਆ ਤੱਕ ਪਹੁੰਚਿਆ, ਅਤੇ ਇੱਥੇ ਉਸ ਸਮੇਂ ਪੰਜਾਬ ਦੇ ਵਿੱਚ ਪੋਰਸ ਦਾ ਰਾਜ ਸੀ ਅਤੇ ਪੰਜਾਬੀਆਂ ਨੇ ਪੋਰਸ ਦੀ ਅਗਵਾਈ ਵਿੱਚ ਸਿਕੰਦਰ ਦੇ ਨਾਲ ਇਸ ਤਰ੍ਹਾਂ ਲੜਾਈ ਲੜੀ ਕਿ ਇੱਕ ਦਿਨ ਸਿਕੰਦਰ ਬੈਠਾ ਨਿਰਾਸ਼ ਆਪਣੇ ਤੰਬੂ ਵਿੱਚ ਬੈਠਾ, ਉਹ ਆਪਣੀ ਮਾਂ ਨੂੰ ਪਿੱਛੇ ਚਿੱਠੀ ਲਿਖਦਾ ਹੈ। ਉਹ ਕਹਿੰਦਾ ਹੈ ਕਿ ਤੂੰ ਤਾਂ ਇੱਕ ਸਿਕੰਦਰ ਪੈਦਾ ਕੀਤਾ ਸੀ, ਪਰ ਮੈਂ ਦੇਖਿਆ ਕਿ ਇਸ ਧਰਤੀ 'ਤੇ ਮਾਵਾਂ ਨੇ ਹਜ਼ਾਰਾਂ ਸਿਕੰਦਰ ਪੈਦਾ ਕੀਤੇ ਆ ਜਿਹੜੇ ਮੈਨੂੰ ਇੱਥੋਂ ਇੱਕ ਪੈਰ ਵੀ ਅੱਗੇ ਨਹੀਂ ਪੁੱਟਣ ਦਿੰਦੇ। ਉਹ ਅਸੀਂ ਲੋਕ ਜਿਹੜੇ ਇੱਥੋਂ ਦੇ ਪੰਜਾਬ ਦੇ ਖਿੱਤੇ ਦੇ ਲੋਕ, ਪੋਰਸ ਦੇ ਵਾਰਸ, ਉਹਨਾਂ ਨੇ ਅੱਜ ਦੱਸ ਦਿੱਤਾ ਹੈ ਕਿ ਮਤਲਬ ਇੱਥੋਂ ਦੀ ਜਿਹੜੀ ਮਿੱਟੀ ਹੈ ਉਹ ਵੱਖਰੀ ਕਿਸਮ ਦੀ ਮਿੱਟੀ ਦੇ ਇੱਥੇ ਲੋਕ ਨੇ। ਉਹਨਾਂ ਨੇ ਕੇਂਦਰ ਹਕੂਮਤ ਜਿਹੜੀ ਮਤਲਬ ਕਿ ਇੱਕ ਤਰ੍ਹਾਂ ਨਾਲ ਅਸੀਂ ਕਹਿੰਦੇ ਸੀ ਕਿ ਜਿਨ੍ਹਾਂ ਦੀ ਵਾਹ ਵੱਲ ਕੋਈ ਨਹੀਂ ਸੀ ਵਹਿੰਦਾ, ਉਹਨਾਂ ਦੇ ਹੱਥੋਂ ਝੰਡੀ ਫੜ ਕੇ ਇੱਕ ਤਰ੍ਹਾਂ ਨਾਲ ਦੱਸ ਦਿੱਤਾ ਹੈ ਕਿ ਅਸੀਂ ਅੱਜ ਤੋਂ ਬਾਅਦ ਇਸ ਤਰ੍ਹਾਂ ਦੇ ਤੁਹਾਡੇ ਹਰ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਉਹਨਾਂ ਨੂੰ ਹੂ-ਬਹੂ ਉਵੇਂ ਨਹੀਂ ਮੰਨੀ ਜਾਵਾਂਗੇ। ਅਤੇ ਅੱਜ ਤੋਂ ਬਾਅਦ ਜਿਹੜੀ ਇਸ ਧਰਤੀ ਦੀ ਕਿਸਮਤ ਜਿਹੜੀ ਹੈ ਉਹਨੂੰ ਲਿਖਣ ਵਿੱਚ ਲੋਕਾਂ ਦਾ ਵੀ ਯੋਗਦਾਨ ਹੋਵੇਗਾ। ਡਾਕਟਰ ਸਾਹਿਬ, ਸੰਘਰਸ਼ 2-3 ਮਹੀਨੇ ਤੋਂ ਲਗਾਤਾਰ ਚੱਲ ਰਿਹਾ। ਲਗਾਤਾਰ ਉੱਥੇ ਸੰਘਰਸ਼ ਦੇ ਵਿੱਚ 26 ਜਨਵਰੀ ਤੋਂ ਬਾਅਦ ਇੱਕ ਕਾਫੀ ਵੱਡਾ ਜਿਹੜਾ ਵਾ ਉਹ ਸੰਘਰਸ਼ ਦੇ ਵਿੱਚ ਇੱਕ ਹੇਰ ਫੇਰ ਆਉਂਦੀ ਆ, ਸਾਰਾ ਬਦਲਾਵ ਆਉਂਦਾ ਵਾ। ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਰੌਲਾ ਪੈਂਦਾ, ਉਸ ਤਰ੍ਹਾਂ ਵੀ ਨਿਊਜ਼ ਦੇ ਚੈਨਲ ਦੇ ਉੱਤੇ ਵੀ ਕਾਫੀ ਰੌਲਾ ਪੈਂਦਾ ਉਸ ਚੀਜ਼ ਨੂੰ ਲੈ ਕੇ। 26 ਜਨਵਰੀ ਲਾਲ ਕਿਲ੍ਹੇ ਦੀ ਘਟਨਾ ਜਿਹੜੀ ਵਾਪਰੀ ਸੀ, ਉਸ ਤੋਂ ਬਾਅਦ ਕੁਝ ਕਿਸਾਨ ਆਗੂਆਂ ਦੇ ਉੱਤੇ ਵੀ ਕੱਲ੍ਹ 200 ਕਿਸਾਨ ਆਗੂਆਂ ਦੇ ਨਾਮ ਜਾਰੀ ਕੀਤੇ ਗਏ ਨੇ। ਉਹਦੇ ਵਿੱਚ ਕਾਫੀ ਜਿਹੜੇ ਉੱਥੇ ਹੈ ਵੀ ਨਹੀਂ ਸਨ, ਉਹਨਾਂ ਦੇ ਵੀ ਨਾਮ ਜਾਰੀ ਕੀਤੇ ਗਏ ਨੇ। ਇਹ ਸਾਰਾ ਜਿਹੜਾ ਲਾਲ ਕਿਲ੍ਹੇ ਦਾ ਘਟਨਾਕ੍ਰਮ ਆ ਜਿਹੜਾ ਹੋਇਆ, ਉਸ ਤੋਂ ਬਾਅਦ ਕੁਝ ਨੌਜਵਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ, ਜਿਹਨੂੰ ਲੈ ਕੇ ਹੁਣ ਵੀ ਸੋਸ਼ਲ ਮੀਡੀਆ 'ਤੇ ਕਾਫੀ ਰੌਲਾ ਵਾ। ਕਿਵੇਂ ਦੇਖਦੇ ਹੋ ਜਿਹੜਾ ਕਿਸਾਨ ਅੰਦੋਲਨ ਦੇ ਉੱਤੇ ਕਿੰਨਾ ਕੁ ਅਸਰ ਪਿਆ ਇਸ ਜਿਹੜੀ 26 ਜਨਵਰੀ ਦੀ ਘਟਨਾ ਵਾ, ਅਤੇ ਕੀ ਉਹਦਾ ਅਸਰ ਹੁਣ ਹੈ ਜਾਂ ਕੀ ਖਤਮ ਹੋ ਗਿਆ? ਪਿਛਲੇ ਅਰਸੇ ਤੋਂ ਨਾ ਅਸੀਂ ਇਹ ਦੇਖਿਆ ਕਿ ਸਰਕਾਰ ਦੇ ਵਿਰੋਧ ਵਿੱਚ ਜਿਹੜੇ ਵੀ ਲੋਕ ਖੜ੍ਹੇ ਹੁੰਦੇ ਆ, ਉਹਨਾਂ ਦੇ ਅੰਦੋਲਨ ਨੂੰ ਦਬਾਉਣ ਵਿੱਚ, ਚਾਹੇ ਸ਼ਹੀਨ ਬਾਗ ਦਾ ਅੰਦੋਲਨ ਹੋਵੇ, ਚਾਹੇ ਕੋਈ ਹੋਰ ਅੰਦੋਲਨ ਹੋਵੇ, ਉਹਨਾਂ ਨੂੰ ਦਬਾਉਣ ਦੇ ਵਿੱਚ ਸਰਕਾਰ 2-3 ਜਾਂ 4-5 ਤਰ੍ਹਾਂ ਦੇ ਜਿਹੜੇ ਹੱਥ ਕੰਡੇ ਅਪਣਾਉਂਦੀ ਹੈ। ਉਹਦੇ ਵਿੱਚ ਪਹਿਲਾਂ ਤਾਂ ਇਹ ਹੁੰਦਾ ਹੈ ਕਿ ਉਸ ਅੰਦੋਲਨ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ, ਤਵੱਜੋ ਹੀ ਨਹੀਂ ਦਿੱਤੀ ਜਾਂਦੀ ਕਿ ਕੁਝ ਹੋ ਰਿਹਾ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਹੋਵੇ। ਉਸ ਤੋਂ ਬਾਅਦ ਜੇਕਰ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਹੈ ਤਾਂ ਗੱਲਬਾਤ ਕਰਨ ਦਾ ਨਾਟਕ ਕੀਤਾ ਜਾਂਦਾ ਹੈ। ਇਹ ਜਿਵੇਂ ਇਸ ਸੰਘਰਸ਼ ਦੌਰਾਨ ਵੀ ਹੋਇਆ
ਤੇ ਹੁੰਦਾ ਆ ਰਿਹਾ ਹੁਣ ਤੱਕ। ਅਗਲਾ ਜਿਹੜਾ ਹੱਥਕੰਡਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਜਿਹੜੇ ਲੋਕ ਉਹਨਾਂ ਦੀ ਹਮਾਇਤ ਵਿੱਚ ਖੜੇ ਹੁੰਦੇ ਆ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਦੇ ਕੇਸ ਦਰਜ ਕੀਤੇ ਜਾਂਦੇ ਆ। ਅਤੇ ਅਗਲਾ ਜਿਹੜਾ ਇਹਨਾਂ ਦਾ ਉਸ ਤੋਂ ਅਗਲਾ ਏਜੰਡਾ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਦੇਸ਼ ਵਿਰੋਧੀ ਗਰਦਾਨ ਦਿੱਤਾ ਜਾਵੇ, ਉਹਨਾਂ ਨੂੰ ਕਦੇ ਖਾਲਿਸਤਾਨੀ ਕਦੇ ਮਾਓਵਾਦੀ, ਅਤੇ ਹੁਣ ਜਿਵੇਂ ਕਿਹਾ ਜਾ ਰਿਹਾ ਕਿ ਜਾਟ ਸਮੁਦਾਇ ਦਾ ਹੀ ਅੰਦੋਲਨ ਹੈ। ਇਸ ਤਰ੍ਹਾਂ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਵਿਖਾਇਆ ਜਾਂਦਾ ਹੈ ਕਿ ਬਾਕੀ ਸਾਰਾ ਦੇਸ਼ ਇੱਕ ਪਾਸੇ, ਜਿਹੜੇ ਅੰਦੋਲਨ ਕਰ ਰਹੇ ਆ ਉਹ ਦੇਸ਼ ਵਿਰੋਧੀ ਨੇ, ਦੇਸ਼ ਧਰੋਹੀ ਨੇ। ਇਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਆ। ਅੱਜ 26 ਦੇ ਵਿੱਚ ਜਿਹੜੀ 26 ਦੇ ਦੌਰਾਨ ਜਿਹੜੀ ਘਟਨਾ ਹੋਈ ਉਹ ਵੀ ਇੱਕ ਬਹੁਤ ਵੱਡੀ ਸਰਕਾਰ ਦੀ ਸਾਜ਼ਿਸ਼ ਸੀ, ਅਤੇ ਜਿਹਦੇ ਸਾਜ਼ਿਸ਼ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਫਸਾ ਕੇ ਅਤੇ ਉਹਨਾਂ ਨੂੰ ਡਰਾਉਣ ਵਾਸਤੇ ਅਤੇ ਹੋਰ ਲੋਕ ਜਿਹੜੇ ਇਸ ਅੰਦੋਲਨ ਦੀ ਹਮਾਇਤ ਵਿੱਚ ਨਾ ਆਉਣ, ਇਸ ਕਰਕੇ ਉਹ ਇੱਕ ਬਹੁਤ ਵੱਡੀ ਖੇਡ ਖੇਡੀ ਗਈ। ਪਰ ਇਸ ਅੰਦੋਲਨ ਨੇ ਸਰਕਾਰ ਦੇ ਹੁਣ ਤੱਕ ਦੇ ਜਿਹੜੇ ਹੱਥਕੰਡੇ ਸੀ, ਜਿਹੜੇ ਉਹ ਦੂਸਰੇ ਅੰਦੋਲਨਾਂ ਨੂੰ ਦਬਾਉਣ ਲਈ ਵਰਤਦੇ ਸੀ, ਉਹ ਸਾਰੇ ਦੇ ਸਾਰੇ ਇਸ ਅੰਦੋਲਨ ਨੇ ਫੇਲ ਕਰ ਦਿੱਤੇ ਆ। ਕਿਉਂਕਿ ਇਸ ਅੰਦੋਲਨ ਦਾ ਕੱਦ ਇੰਨਾ ਉੱਚਾ ਹੈ ਕਿ ਇਹਦੇ ਸਾਹਮਣੇ ਜਿਹੜੇ ਇਸ ਤਰ੍ਹਾਂ ਦੇ ਸਰਕਾਰੀ ਹੱਥਕੰਡੇ ਸੀ, ਚਾਹੇ ਮਤਲਬ ਗੋਦੀ ਮੀਡੀਆ ਹੀ ਕਿਉਂ ਨਾ ਹੋਵੇ, ਜਿਹਦੀ ਬਹੁਤ ਵੱਡੀ ਅਸੀਂ ਤਾਕਤ ਸਮਝਦੇ ਸੀ ਸਰਕਾਰ ਦਾ, ਉਹ ਸਭ ਤੋਂ ਵੱਡਾ ਹੱਥਕੰਡਾ ਹੈ। ਉਹ ਸਾਰੇ ਦੇ ਸਾਰੇ ਜਿਹੜੇ ਸਰਕਾਰੀ ਜਿਹੜੇ ਹੱਥਕੰਡੇ ਸੀ ਨਾ, ਉਹ ਇਸ ਅੰਦੋਲਨ ਦੇ ਸਾਹਮਣੇ ਬੌਣੇ ਆ, ਅਤੇ ਅੰਦੋਲਨ ਦਾ ਕੱਦ ਜਿਹੜਾ ਉਹ ਦਿਨੋਂ ਦਿਨ ਹੋਰ ਉੱਚਾ ਹੁੰਦਾ ਜਾ ਰਿਹਾ। ਇੱਕ ਗੱਲ ਹੋਰ ਜ਼ਰੂਰੀ ਮੈਂ ਕਹਿਣੀ ਚਾਹਾਂਗਾ ਕਿ 26 ਤੋਂ ਬਾਅਦ ਜਦੋਂ ਰਾਕੇਸ਼ ਟਕੈਤ ਅਤੇ ਉਹਦੇ ਸਾਥੀ ਜਿਹੜੇ ਗਾਜ਼ੀਪੁਰ ਬਾਰਡਰ 'ਤੇ ਧਰਨਾ ਲਾ ਰਹੇ ਸੀ, ਅਤੇ ਉਹਦੇ ਵਿੱਚ ਬਹੁਤ ਥੋੜ੍ਹੇ ਲੋਕ ਰਹਿ ਗਏ ਸੀ, ਮੁਸ਼ਕਿਲ ਨਾਲ 400-500 ਲੋਕ ਹੋਣਗੇ। ਉਹ ਟੈਲੀਵਿਜ਼ਨ ਉਦੋਂ ਮੈਂ ਦੇਖ ਰਿਹਾ ਸੀ, ਲਗਾਤਾਰ ਦੇਖ ਰਿਹਾ ਸੀ, ਅਤੇ ਉਹਦੀ ਕਵਰੇਜ ਹੋ ਰਹੀ ਸੀ ਲਗਾਤਾਰ। ਅਤੇ ਉਸ ਵੇਲੇ ਉਹਨੂੰ ਪੁਲਿਸ ਗ੍ਰਿਫਤਾਰ ਕਰਨ ਵਾਲੀ ਸੀ, ਅਤੇ ਇਹ ਚੱਲ ਰਿਹਾ ਸੀ, ਮੀਡੀਆ ਵਿਖਾ ਰਿਹਾ ਸੀ ਕਿ ਉਹਨੂੰ ਗ੍ਰਿਫਤਾਰ ਹੁੰਦੇ ਨੂੰ ਵਿਖਾਇਆ ਜਾਏਗਾ। ਅਤੇ ਉਸੇ ਵੇਲੇ ਜਿਸ ਪੁਲ ਦੇ ਉੱਪਰ ਉਹ ਧਰਨਾ ਲੱਗਾ ਹੈ, ਉਹਦੇ ਹੇਠਾਂ ਬੀਜੇਪੀ ਦੇ 2 ਜਿਹੜੇ ਸੀ MLA ਸੀ, ਉਹ ਆਪਦੇ ਵਰਕਰਾਂ ਨੂੰ ਲੈ ਕੇ, ਵੱਡੀ ਗਿਣਤੀ ਜਿਵੇਂ ਵਰਕਰਾਂ ਨੂੰ ਲੈ ਕੇ ਖੜੇ ਹੋਏ ਸੀ ਕਿ ਕਦੋਂ ਰਾਕੇਸ਼ ਟਕੈਤ ਗ੍ਰਿਫਤਾਰ ਹੋਵੇ। ਅਤੇ ਉਹਦੇ ਨਾਲ ਹੀ ਜਿਹੜੇ ਉੱਥੇ ਪਰਿਵਾਰ ਬੈਠੇ ਸੀ, ਉਹ ਪਰਿਵਾਰ ਵੀ ਜ਼ਿਆਦਾ ਪੰਜਾਬੀ ਸੀ, ਪੰਜਾਬੀ ਉੱਤਰਾਖੰਡ ਅਤੇ ਯੂਪੀ ਦੇ ਪੰਜਾਬੀ ਪਰਿਵਾਰ ਸੀ ਜਿਹੜੇ ਉੱਥੇ ਧਰਨੇ 'ਚ ਬੈਠੇ ਹੋਏ ਸੀ। ਅਤੇ ਉਹਨਾਂ ਦੀ ਮਨਸ਼ਾ ਇਹ ਸੀ ਕਿ ਕਦੋਂ ਰਾਕੇਸ਼ ਟਕੈਤ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਨਾਂ ਲੋਕਾਂ ਦਾ ਉਹ ਹਸ਼ਰ ਕੀਤਾ ਜਾਵੇ ਕਿ ਬਾਅਦ 'ਚ ਮੁੜ ਕੇ ਸਾਡੇ ਸਾਹਮਣੇ ਉੱਠ ਖੜੇ ਨਾ ਹੋਣ। ਸੋ ਇੱਕ ਤਰ੍ਹਾਂ ਨਾਲ ਇਹ 84 ਨੂੰ ਦੁਹਰਾਇਆ ਜਾਣਾ ਸੀ, ਅਤੇ ਉਹ ਜਿਹੜੀ ਬਹੁਤ ਵੱਡੀ ਘਟਨਾ ਮੈਂ ਸਮਝਦਾ ਕਿ ਉਹਨੇ ਰਾਕੇਸ਼ ਟਕੈਤ ਨੇ ਬਹੁਤ ਵੱਡਾ ਵਧੀਆ ਚੰਗਾ ਫੈਸਲਾ ਲਿਆ। ਉਹਨੇ ਕਿਹਾ ਜਾਂ ਤਾਂ ਮੈਂ ਗੋਲੀ ਖਾਵਾਂਗਾ ਅਤੇ ਜਾਂ ਮੈਂ ਇੱਥੇ ਸਟੇਜ 'ਤੇ ਫਾਂਸੀ ਲਗਾ ਲਵਾਂਗਾ, ਪਰ ਇਹਨਾਂ ਲੋਕਾਂ ਨੂੰ ਮੈਂ ਲਵਾਰਸ ਛੱਡ ਕੇ ਨਹੀਂ ਜਾਵਾਂਗਾ। ਓਕੇ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਸਰਕਾਰਾਂ ਵਾ ਉਹ ਗੱਲ ਨਹੀਂ ਸੁਣਦੀਆਂ ਜਾਂ ਇਗਨੋਰ ਕਰਦੀਆਂ ਨੇ, ਨਰਿੰਦਰ ਮੋਦੀ ਜੀ ਸੰਸਦ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਤੋਂ ਬਾਅਦ ਇੱਕ ਵਾਰ ਬੋਲੇ ਨੇ ਸਿਰਫ। ਉਹਨਾਂ ਦਾ ਕਹਿਣਾ ਕਿ ਜਿਹੜੇ ਇੱਥੇ ਬੈਠੇ ਹੋਏ ਨੇ ਇਹਨਾਂ ਨੂੰ ਦੇਸ਼ ਵਿਰੋਧੀ ਤਾਕਤਾਂ ਵੱਲੋਂ ਭੜਕਾਇਆ ਜਾ ਰਿਹਾ ਵਾ, ਇਹ ਕਿਸਾਨ ਨਹੀਂ ਨੇ। ਅਤੇ ਇੰਨਾ ਸਖਤ ਰਵੱਈਆ ਇੱਕ ਪ੍ਰਧਾਨ ਮੰਤਰੀ ਦਾ, ਤੁਸੀਂ ਕਿਵੇਂ ਦੇਖਦੇ ਹੋ ਕਿ ਇੰਨਾ ਵੱਡਾ ਸੰਘਰਸ਼ ਹੋ ਗਿਆ ਹੋਵੇ, ਦੇਸ਼ ਦੇ ਏਡੇ ਲੋਕ ਜਿਹੜੇ ਅੰਨਦਾਤਾ ਜਿਹਨਾਂ ਨੂੰ ਕਿਹਾ ਜਾਂਦਾ ਉਹ ਸੜਕਾਂ ਦੇ ਉੱਤੇ ਬੈਠਾ ਹੋਵੇ, ਇੰਨੇ ਲੰਮੇ ਸਮੇਂ ਤੋਂ ਇੰਨੀਆਂ ਮੁਸੀਬਤਾਂ ਚੱਲ ਰਿਹਾ ਹੋਵੇ, ਅਤੇ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਇੰਨਾ ਜਿਹੜਾ ਉਹ ਅੜਬ ਰਵੱਈਆ ਲੈ ਕੇ ਬੈਠਾ ਹੋਵੇ, ਕਿਵੇਂ ਦੇਖਦੇ ਹੋ ਉਹਨੂੰ? ਪਿਛਲੇ ਦਿਨੀ ਅਸੀਂ ਜਦੋਂ ਹੁਣ ਤੋਂ 4-5 ਦਿਨ ਪਹਿਲਾਂ ਅਸੀਂ ਟਿਕਰੀ ਬਾਰਡਰ 'ਤੇ ਸੀ, ਅਸੀਂ ਜਾ ਰਹੇ ਸੀ ਅਤੇ ਕੋਈ 70 ਸਾਲ ਦੀਆਂ ਸਾਡੀਆਂ ਦਾਦੀਆਂ ਮਾਵਾਂ ਵਰਗੀਆਂ ਮਾਵਾਂ ਜਿਹੜੀਆਂ 4-5 ਉਹਨਾਂ ਨੇ ਸਿਰਾਂ ਦੇ ਉੱਤੇ ਪੀਲੇ ਦੁਪੱਟੇ ਲਾਏ ਹੋਏ ਸੀ ਅਤੇ ਸੜਕ 'ਤੇ ਆ ਰਹੀਆਂ ਸੀ। ਉਹਨਾਂ ਨੂੰ ਦੇਖ ਕੇ ਅਤੇ ਇੱਕ ਤਰ੍ਹਾਂ ਨਾਲ ਮਨ ਭਾਵੁਕ ਹੋ ਗਿਆ ਕਿ ਇਹਨਾਂ ਲੋਕਾਂ ਨੇ ਕੀ ਹਾਲ ਬਣਾ ਦਿੱਤਾ ਸਾਡੇ ਦੇਸ਼ ਦਾ। ਸੋ ਇਹ ਇੱਕ ਤਰ੍ਹਾਂ ਨਾਲ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਸਾਡੀ ਇੱਕ ਸਰਕਾਰ ਦੀ ਜਿਹੜੀ ਉਹ ਹੱਠ ਅਤੇ ਅੜੀਅਲ ਅਤੇ ਤਾਨਾਸ਼ਾਹ ਰਵੱਈਆ ਹੈ, ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਜਿਹੜੇ ਇੱਕ ਪਾਸੇ ਲੋਕ ਨੇ, ਦੂਸਰੇ ਪਾਸੇ ਸਰਕਾਰ ਹੈ। ਸੋ ਮੈਂ ਸਮਝਦਾ ਕਿ ਜਿਤਨਾ ਆਖਰ ਲੋਕਾਂ ਨੇ ਲੋਕਾਂ ਦੇ ਕੋਲ ਸੱਚ ਹੈ ਅਤੇ ਉਹਨਾਂ ਦੇ ਕੋਲ ਸਾਜ਼ਿਸ਼ ਹੈ, ਝੂਠ ਹੈ, ਅਤੇ ਝੂਠ ਦੀ ਬੁਨਿਆਦ 'ਤੇ ਟਿਕੀ ਹੋਈ ਹਕੂਮਤ ਹੈ। ਆਖਰ ਇੱਕ ਨਾ ਇੱਕ ਦਿਨ ਲੋਕ ਜਿੱਤਣਗੇ। ਪਰ ਸਰਕਾਰ ਜਿਹੜਾ ਹੱਠ ਹੈ ਉਹਦਾ ਕਾਰਨ ਕੀ ਹੈ ਕਿ ਉਹ ਪੂੰਜੀਪਤੀ ਜਿਹੜੇ ਨੇ, ਵੱਡੇ ਵੱਡੇ ਪੂੰਜੀਪਤੀ ਨੇ, ਜਿਨ੍ਹਾਂ ਦੇ ਕੋਲੋਂ ਜਿਹੜੇ ਇੱਕ ਤਰ੍ਹਾਂ ਨਾਲ ਸਰਕਾਰ ਦੀ ਤਾਕਤ ਬਣੇ ਹੋਏ ਆ, ਅਤੇ ਮੋਦੀ ਅਤੇ ਅਡਾਨੀ ਅਤੇ ਅੰਬਾਨੀ ਵਰਗੇ ਜਿਹੜੇ ਲੋਕ ਨੇ, ਜਿਨ੍ਹਾਂ ਤੋਂ ਜਦੋਂ ਸਰਕਾਰ ਸੱਤਾ ਵਿੱਚ ਆਈ ਉਹਨਾਂ ਦੇ ਜਹਾਜ਼ ਵਰਤਦੇ ਰਹੇ ਆ, ਉਹਨਾਂ ਦੀਆਂ ਸਭ ਤਰ੍ਹਾਂ ਦੀਆਂ ਸਹੂਲਤਾਂ ਅਤੇ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਦੇ ਆ। ਉਹ
ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਦੇਣ ਹੈ, ਉਹ ਦੇਣ ਜਿਹੜੀ ਹੈ ਉਹ ਸਰਕਾਰ ਨੂੰ ਪਿੱਛੇ ਨਹੀਂ ਹਟਣ ਦਿੰਦੀ। ਅਤੇ ਇਹਦੇ ਨਾਲ ਦੀ ਨਾਲ ਮੈਂ ਸਮਝਦਾ ਕਿ ਇਹਦੇ ਵਿੱਚ WTO ਦਾ ਵੀ ਬਹੁਤ ਵੱਡਾ ਰੋਲ ਹੈਗਾ। ਉੱਧਰੋਂ ਵੀ ਬੜਾ ਪ੍ਰੈਸ਼ਰ ਹੈਗਾ ਹੈ ਕਿ ਤੁਸੀਂ ਕਿਵੇਂ ਨਾ ਕਿਵੇਂ ਕਿਸਾਨਾਂ ਨੂੰ ਜਿਹੜੀ MSP ਦਿੰਦੇ ਹੋ, ਅਤੇ ਇਸ ਤਰ੍ਹਾਂ ਦਾ ਜਿਹੜਾ ਬਾਜ਼ਾਰ ਹੈ, ਖੇਤੀ ਦਾ ਜਿਹੜਾ ਬਾਜ਼ਾਰ ਹੈ, ਉਹਨੂੰ ਪ੍ਰਾਈਵੇਟ ਕੰਪਨੀਆਂ ਲਈ ਖੁੱਲ੍ਹਾ ਛੱਡਣ ਵਾਸਤੇ ਤੁਹਾਨੂੰ ਤਿਆਰ ਹੋਣਾ ਚਾਹੀਦਾ ਅਤੇ ਜਲਦੀ ਤੋਂ ਜਲਦੀ ਇਹਦੇ ਹੱਕ ਵਿੱਚ ਫੈਸਲਾ ਲੈਣਾ ਚਾਹੀਦਾ। ਸੋ ਇਹ ਮੈਂ ਸਮਝਦਾ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਮਤਲਬ ਪੂੰਜੀਵਾਦੀ ਨੀਤੀਆਂ ਜਿਹੜੀਆਂ ਉਹ ਲਾਗੂ ਹੋ ਰਹੀਆਂ, ਉੱਥੇ ਵਰਲਡ ਬੈਂਕ ਦਾ ਵੀ ਇਹ ਇੱਕ ਦਬਾਅ ਹੈਗਾ, ਸਰਕਾਰ 'ਤੇ ਪ੍ਰੈਸ਼ਰ ਹੈਗਾ। ਇਸ ਕਰਕੇ ਵੀ ਸਰਕਾਰ ਨੂੰ ਪਿੱਛੇ ਹਟਣਾ ਜਿਹੜਾ ਉਹ ਔਖਾ ਲੱਗ ਰਿਹਾ। ਡਾਕਟਰ ਸਾਹਿਬ, ਜਿਵੇਂ ਕਾਫੀ ਮੁੱਦਿਆਂ 'ਤੇ ਤੁਹਾਡੇ ਨਾਲ ਮੈਂ ਗੱਲਬਾਤ ਕੀਤੀ, ਬੜੇ ਸਖਤ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ, ਤੁਸੀਂ ਵੀ ਅੱਜ ਸਪੈਸ਼ਲੀ ਇਸ ਮੁੱਦੇ ਨੂੰ ਲੈ ਕੇ ਜਜ਼ਬਾਤੀ ਵੀ ਹੋ ਗਏ ਹੋ। ਐਡਾ ਵੱਡਾ ਮੁੱਦਾ ਪੰਜਾਬ ਦੇ ਲੋਕਾਂ ਦੇ ਵਿੱਚ ਥੋੜ੍ਹੀ ਬਹੁਤੀ ਨੌਜਵਾਨਾਂ ਦੀ ਨਿਰਾਸ਼ਤਾ ਹੈ ਆ, ਜੋ ਸੋਸ਼ਲ ਮੀਡੀਆ 'ਤੇ ਦੇਖ ਰਹੀ ਆ। ਕੀ ਬੇਨਤੀ ਕਰਨੀ ਚਾਹੋਗੇ ਨੌਜਵਾਨਾਂ ਨੂੰ ਅਤੇ ਪੰਜਾਬ ਦੇ ਜਿਹੜੇ ਹੋਰ ਕਿਸਾਨ ਭਰਾ ਨੇ ਆਪਣੇ, ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਇਸ ਸੰਘਰਸ਼ ਨੂੰ ਲੈ ਕੇ ਅਖੀਰ ਦੇ ਉੱਤੇ? ਕਮਲਜੀਤ ਸਿੰਘ, ਮੈਂ ਇਹੀ ਕਹਿਣਾ ਚਾਹਾਂਗਾ ਕਿ ਸੰਘਰਸ਼ ਲੰਮਾ ਹੈ ਅਤੇ ਸੰਘਰਸ਼ ਇੱਕ ਤਰ੍ਹਾਂ ਨਾਲ ਇਹ ਆਜ਼ਾਦੀ ਦੀ ਦੂਸਰੀ ਲੜਾਈ ਵਰਗਾ ਸੰਘਰਸ਼ ਹੈ। ਅਤੇ ਇਸ ਸੰਘਰਸ਼ ਦੇ ਨਾਲ ਇੱਥੇ ਸਾਡੇ ਪੰਜਾਬ 'ਚ ਹੀ ਨਹੀਂ, ਭਾਰਤ 'ਚ ਹੀ ਨਹੀਂ, ਦੁਨੀਆ ਦੇ ਵਿੱਚ ਬਹੁਤ ਕੁਝ ਬਦਲਣਾ ਹੈ। ਇਹ ਇੱਕ ਤਰ੍ਹਾਂ ਨਾਲ ਪੂੰਜੀਵਾਦ ਦੇ ਖਿਲਾਫ ਸਾਡੀ ਲੜਾਈ ਹੈ ਅਤੇ ਇਹ ਲੜਾਈ ਬਹੁਤ ਵੱਡੀ ਲੜਾਈ ਹੈ। ਜੇਕਰ ਇਹ ਲੜਾਈ ਬਦਲਦੀ ਹੈ, ਜੇ ਲੜਾਈ ਦੇ ਵਿੱਚ ਅਸੀਂ ਜਿੱਤਦੇ ਹਾਂ ਤਾਂ ਇਸ ਲੜਾਈ ਨੇ ਪੂਰੀ ਦੁਨੀਆ ਦਾ ਮੂੰਹ ਮੁਹਾਂਦਰਾ ਬਦਲਣਾ ਹੈ। ਜੇਕਰ ਇਸ ਲੜਾਈ ਦੇ ਵਿੱਚ ਸਾਡੀ ਹਾਰ ਹੁੰਦੀ ਹੈ ਤਾਂ ਇਹ ਪੂੰਜੀਵਾਦ ਇੱਥੇ ਇਸ ਧਰਤੀ 'ਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਵੇਗਾ ਕਿ ਅਸੀਂ ਇੱਕ ਤਰ੍ਹਾਂ ਨਾਲ ਭਿੱਖ ਮੰਗੇ ਬਣਾ ਦਿੱਤੇ ਜਾਵਾਂਗੇ, ਅਸੀਂ ਮੰਗਤੇ ਬਣਾ ਦਿੱਤੇ ਜਾਵਾਂਗੇ। ਜਿਹੜੇ 2-2 ਹਜ਼ਾਰ ਰੁਪਇਆ ਲੈਣ ਵਾਸਤੇ ਬੈਂਕਾਂ ਦੀ ਜਿਹੜੀ ਸਾਡੇ ਲਈ ਖੈਰਾਤ ਜਿਹੜੀਆਂ ਸਰਕਾਰਾਂ ਦਿੰਦੀਆਂ, ਸਾਡੇ ਮਜ਼ਦੂਰ ਭਰਾਵਾਂ ਨੂੰ ਖੈਰਾਤਾਂ ਦਿੰਦੀਆਂ, ਸਾਨੂੰ ਖੈਰਾਤਾਂ ਪਾਉਂਦੀਆਂ, ਉਹ ਲੈਣ ਵਾਸਤੇ ਬੈਂਕਾਂ ਦੇ ਅੱਗੇ ਅਸੀਂ ਖੜ੍ਹੇ ਹੋਵਾਂਗੇ ਅਤੇ ਉੱਥੋਂ 2,000-2,500 ਰੁਪਇਆ ਲੈ ਕੇ ਅਤੇ ਹੱਥ ਜੋੜਦੇ ਸਰਕਾਰ ਨੂੰ ਨਮਸਕਾਰ ਕਰਦੇ ਘਰਾਂ ਨੂੰ ਪਰਤਾਂਗੇ। ਅਸੀਂ ਸਾਧਨ ਵੀ ਹੁਣੇ ਕਰ ਦਿੱਤੇ ਜਾਵਾਂਗੇ। ਸੋ ਅੱਜ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਲੋਕ ਵੱਧ ਤੋਂ ਵੱਧ, ਬੇਸ਼ੱਕ ਉਹਨਾਂ ਦੇ ਕੰਮ ਵੀ ਨੇ, ਬੇਸ਼ੱਕ ਉਹ ਖੇਤਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕਰਨੇ, ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਪਰ ਹਰ ਪਿੰਡ ਦੇ ਮੈਂ ਹਰ ਨੌਜਵਾਨ ਨੂੰ, ਹਰ ਕਿਸਾਨ ਨੂੰ, ਹਰ ਮਜ਼ਦੂਰ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਲੜਾਈ ਉਹਨਾਂ ਦੇ ਘਰ ਦੀ ਲੜਾਈ ਹੈ, ਉਹਨਾਂ ਦੀ ਹੋਂਦ ਦੀ ਲੜਾਈ ਹੈ। ਉਹਨਾਂ ਨੂੰ ਪਿੰਡ ਪੱਧਰ 'ਤੇ ਕਮੇਟੀਆਂ ਬਣਾਉਣੀਆਂ ਚਾਹੀਦੀਆਂ। ਕਮੇਟੀਆਂ ਬਣਾ ਕੇ ਜਿਹੜੇ ਲੋਕ ਦਿੱਲੀ ਮੋਰਚੇ 'ਚ ਜਾਂਦੇ ਆ, ਉਹਨਾਂ ਦੇ ਮਗਰ ਬਾਕੀ ਉਹਨਾਂ ਦੇ ਕੰਮਾਂ ਨੂੰ ਸੰਭਾਲਣ ਅਤੇ ਵਾਰੀ ਬੰਨ੍ਹ ਕੇ ਜੇ ਉਹ ਆ ਜਾਂਦੇ ਅਤੇ ਦੂਸਰੇ ਹੋਰ ਜਿਹੜੀ ਤਿਆਰ ਮਤਲਬ ਕਰਨੀ ਚਾਹੀਦੀ ਹੈ ਕਮੇਟੀ, ਇੱਕ ਅਗਲੀ ਮੈਂਬਰਾਂ ਦੀ ਇੱਕ ਟੋਲੀ ਨੂੰ ਭੇਜਣਾ ਚਾਹੀਦਾ ਹੈ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਜਿਹੜਾ ਇਸ ਸੰਘਰਸ਼ ਦੇ ਵਿੱਚ ਜਿਹੜਾ ਉਹ ਕਿਸਾਨਾਂ ਦਾ, ਮਜ਼ਦੂਰਾਂ ਦਾ ਸਾਥ ਦਿੱਤਾ ਜਾਵੇ। ਧੰਨਵਾਦ ਜੀ। ਦਰਸ਼ਕੋ, ਇਹ ਸਨ ਪ੍ਰਸਿੱਧ ਵਿਦਵਾਨ ਡਾਕਟਰ ਗੁਰਚਰਨ ਸਿੰਘ ਨੂਰਪੁਰ ਜੀ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਸੁਚੱਜੇ ਤਰੀਕੇ ਨਾਲ ਆਪਣੀ ਗੱਲਬਾਤ ਸਾਰੀ ਜਿਹੜੀ ਰੱਖੀ ਹੈ। ਕਿਵੇਂ ਦੀ ਲੱਗੀ ਤੁਹਾਨੂੰ ਗੱਲਬਾਤ? ਤੁਸੀਂ ਆਪਣੀ ਰਾਏ ਵੀ ਜ਼ਰੂਰ ਦਿਓ। ਅਤੇ ਇਹਨਾਂ ਨੇ ਜਿਹੜਾ ਅਖੀਰ ਦੇ ਉੱਤੇ ਮੈਸੇਜ ਦਿੱਤਾ, ਅਸੀਂ ਵੀ ਕਹਿੰਦੇ ਹਾਂ ਕਿ ਅੱਜ ਲੋੜ ਆ ਜਿਹੜਾ ਉਹ ਲੋਕ ਜਿਹੜਾ ਇਕੱਠ ਵਾ ਲੋਕਾਂ ਦਾ, ਉਹੀ ਹੁਣ ਜਿਹੜਾ ਉਹ ਸਾਬਤ ਕਰੇਗਾ, ਲੋਕਾਂ ਦੀ ਜਿਹੜੀ ਤਾਕਤ ਉਹੀ ਸਾਬਤ ਕਰੇਗੀ ਕਿ ਸੰਘਰਸ਼ ਅੱਗੇ ਕਿੱਧਰ ਨੂੰ ਜਾਣਾ। ਇਸ ਕਰਕੇ ਸਭ ਤੋਂ ਵੱਡੀ ਲੋੜ ਆ ਉੱਥੇ ਲੋਕਾਂ ਦੇ ਪਹੁੰਚਣ ਦੀ, ਕਿਸਾਨਾਂ ਦੇ ਪਹੁੰਚਣ ਦੀ। ਜੋ ਵੀ ਰੋਟੀ ਖਾਂਦਾ ਇਨਸਾਨ ਵਾ, ਰੋਟੀ ਦੇ ਨਾਲ ਜਿਹੜਾ ਸਿੱਧੇ ਤੌਰ 'ਤੇ ਸੰਬੰਧ ਜਿਹਦਾ ਹੈ ਆ, ਉਹ ਇਸ ਅੰਦੋਲਨ ਨਾਲ ਸੰਬੰਧਿਤ ਹੈ। ਇਸ ਕਰਕੇ ਹਰ ਕਿਸੇ ਬੰਦੇ ਨੂੰ ਉੱਥੇ ਪਹੁੰਚਣ ਦੀ ਅੱਜ ਲੋੜ ਆ, ਤਾਂ ਜੋ ਸਰਕਾਰ ਦਾ ਸਖਤ ਰਵੱਈਆ ਜਿਹੜਾ ਉਹਨੂੰ ਤੋੜਿਆ ਜਾ ਸਕੇ। ਤਪਦਾ ਸੱਚ ਨਿਊਜ਼ ਰਿਪੋਰਟਿੰਗ ਕਮਲਜੀਤ ਸਿੰਘ, ਮਰਹਾਣਾ।